ਸਰਬ ਕਲਹਾ ਸਮਰੱਥ ਗੁਰ, ਸਰਬ ਕਠਾ ਭਰਪੂਰ। ਨਿਕਟ ਦੇਖਿਐ ਨਿਕਟ ਹੈ, ਦੂਰ ਦੇਖਿਐ ਦੂਰ। ਇਸ ਧਰਮ ਦੀ ਧਰਤੀ ਤੇ ਬੈਠੇ ਹੋਏ, ਇਸ ਤਪੋ ਭੂਮੀ ਧਰਤੀ ਤੇ ਬੈਠੇ ਹੋਏ, ਇਸ ਭਾਗਸ਼ਾਲੀ ਧਰਤੀ ਤੇ ਬੈਠੇ ਹੋਏ ਗੁਣੀ ਸੱਜਣੋ, ਹੋ ਸਕਦਾ ਜਿਹੜਾ ਇਸ ਧਰਤੀ ਨੇ, ਇਸ ਮਿੱਟੀ ਨੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ, ਸਤਿਗੁਰੂ ਜੀ ਦੇ ਕੋਲੋਂ ਵਰ ਪ੍ਰਾਪਤ ਕੀਤੇ ਨੇ, ਹੋ ਸਕਦਾ ਉਹ ਅਸੀਂ ਵੀ ਸਾਰਿਆਂ ਨਾ ਪ੍ਰਾਪਤ ਕਰ ਸਕੇ ਹੋਈਏ ਸਾਧ ਸੰਗਤ 'ਚ। ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਖੁਸ਼ੀਆਂ ਬਖਸ਼ੀਆਂ। ਜਿਹੜਾ ਵੀ ਆਸਮਾਨ ਦਾ ਪੰਛੀ ਇਸ ਧਰਤੀ ਤੋਂ ਲੰਘ ਜਾਵੇਗਾ ਉਹ ਮੁਕਤ ਹੋ ਜਾਵੇਗਾ ਸਾਧ ਸੰਗਤ 'ਚ, ਮੁਕਤ ਹੋ ਜਾਵੇਗਾ। ਇਸ ਧਰਤੀ ਤੇ ਬੈਠੇ ਹੋਏ ਅਕਾਲ ਪੁਰਖ ਸ੍ਰੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਦਰਸ਼ਨ, ਪਾਵਨ ਪਵਿੱਤਰ ਸੰਗਤ, ਕੌਮ ਦੀ ਉਸਾਰੀ ਦੇ ਵਾਸਤੇ, ਸਮਾਜ ਦੀ ਉਸਾਰੀ ਦੇ ਵਾਸਤੇ ਆਪ ਜੀ ਨੇ ਛੋਟੇ ਛੋਟੇ ਬੱਚਿਆਂ ਦੇ ਪਾਸੋਂ ਕਿਤਨੀ ਸਤਿਗੁਰੂ ਜੀ ਦੀ ਦਿਆਲਤਾ ਹੈ, ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਅਥਵਾ ਪ੍ਰਤੱਖ ਸਤਿਗੁਰੂ ਦੇ ਦਰਸ਼ਨ ਕਰ ਰਹੇ ਹੋ ਗੁਰੂ ਦੇ ਪਿਆਰਿਓ। ਭਾਈ ਗੁਰਦਾਸ ਜੀ ਕਹਿੰਦੇ ਨੇ, ਬਲਿਹਾਰੀ ਤਿੰਨਾ ਗੁਰ ਸਿੱਖਾਂ ਜਾਏ ਜਿਨ੍ਹਾਂ ਗੁਰ ਦਰਸ਼ਨ ਡਿਠਾ। ਮੈਂ ਉਹਨਾਂ ਦੇ ਵਾਰ ਨੇ ਬਲਿਹਾਰ ਨੇ ਜਾਂਦਾ ਹਾਂ। ਜਦੋਂ ਇਸ ਕਲਯੁਗ ਦੇ ਘੋਰ ਭਿਆਨਕ ਸਮੇਂ ਨੂੰ ਵੇਖੀਏ ਫਿਰ ਇਹਦੀ ਕਦਰ ਦਾ ਪਤਾ ਲੱਗਦਾ ਸਾਧ ਸੰਗਤ 'ਚ। ਕਹਿੰਦੇ ਨੇ, ਬਲਿਹਾਰੀ ਤਿੰਨਾ ਗੁਰ ਸਿੱਖਾਂ ਪੈਰੀ ਪੈ ਗੁਰ ਸਭਾ ਬਹਿਠਾ। ਆਹ ਜਿਹੜੀ ਤੁਹਾਡੀ ਪਰੰਪਰਾ ਚੱਲਦੀ ਹੈ ਪਈ, ਮਰਿਆਦਾ ਚੱਲਦੀ ਹੈ ਪਈ ਨਮਸਕਾਰ ਕਰਨ ਦੀ, ਸੋ ਸੀਸ ਪਾਵਨ ਪਵਿੱਤਰ ਹੈ ਮੇਰੀ ਜਿੰਦੜੀਏ, ਜੋ ਜਾਏ ਲੱਗੈ ਗੁਰ ਪੈਰੇ ਦੇ ਵਾਕ ਅਨੁਸਾਰ। ਆ ਕੇ ਨਮਸਕਾਰ ਕਰਕੇ ਆਪ ਆਪਣੀ ਜਗ੍ਹਾ 'ਤੇ ਆ ਕੇ ਬੈਠ ਜਾਂਦੇ ਹੋ ਸਾਧ ਸੰਗਤ 'ਚ। ਬਲਿਹਾਰੀ ਤਿੰਨਾ ਗੁਰਸਿੱਖਾਂ ਗੁਰਮਤਿ ਬੋਲ ਬੋਲ ਦੇ ਮਿੱਠਾ। ਉਹਨਾਂ ਗੁਰਸਿੱਖਾਂ ਦੇ ਵਾਰ ਨੇ ਬਲਿਹਾਰ ਨੇ ਜਾਂਦੇ ਹਾਂ ਜਿਹੜੇ ਸਤਿਗੁਰੂ ਦੀ ਸੰਗਤ ਕਰਕੇ ਅਥਵਾ ਸਤ ਸੰਗਤ ਦੀ ਪ੍ਰਾਪਤੀ ਕਰਕੇ ਆਪਣੀ ਰਸਨਾ ਤੋਂ, ਆਪਣੀ ਜ਼ੁਬਾਨ ਤੋਂ ਮਿੱਠਾ ਬਚਨ ਬੋਲਦੇ ਨੇ ਸਾਧ ਸੰਗਤ 'ਚ। ਕਿਉਂਕਿ ਇਹ ਵੀ ਉਸ ਅਕਾਲ ਪੁਰਖ ਸਤਿਗੁਰੂ ਜੀ ਨੂੰ, ਉਸ ਪਰਮੇਸ਼ਰ ਨੂੰ ਖੁਸ਼ ਕਰਨ ਦਾ ਇੱਕ ਸਾਧਨ ਹੈ ਸਾਧ ਸੰਗਤ 'ਚ। ਜਿਵੇਂ ਆਪਾਂ ਨਾਮ ਜਪ ਕੇ, ਬਾਣੀ ਪੜ੍ਹ ਕੇ, ਸੇਵਾ ਕਰਕੇ ਸਤਿਗੁਰੂ ਜੀ ਨੂੰ ਰਿਝਾਉਣ ਦਾ ਖੁਸ਼ ਯਤਨ ਕਰਨੇ ਆ, ਇਸੇ ਤਰ੍ਹਾਂ ਆਪਣੀ ਜ਼ੁਬਾਨ ਤੋਂ ਮਿੱਠਾ ਬਚਨ ਬੋਲਣਾ ਇਹ ਵੀ ਇੱਕ ਰਿਝਾਉਣ ਦਾ ਸਾਧਨ ਹੈ ਸਾਧ ਸੰਗਤ 'ਚ। ਬਲਿਹਾਰੀ ਤਿੰਨਾ ਗੁਰ ਸਿੱਖਾਂ ਪੁੱਤਰ ਮਿੱਤਰ ਗੁਰ ਭਾਈ ਇਠਾ। ਜਦੋਂ ਇਹਨਾਂ ਪੰਕਤੀਆਂ ਨੂੰ ਪੜ੍ਹੀਏ ਮਾਤਾ ਜੀਵਨ ਕੌਰ ਜੀ ਯਾਦ ਆ ਜਾਂਦੇ ਨੇ ਸਾਧ ਸੰਗਤ 'ਚ। ਜਦੋਂ ਵੀ ਤੁਸੀਂ ਇਤਿਹਾਸ ਨੂੰ ਪੜ੍ਹੋ ਸੁਣੋਗੇ, ਮਾਤਾ ਜੀਵਨ ਕੌਰ ਜੀ ਨੇ ਆਖਣਾ ਮੇਰਾ ਟੱਬਰ ਹੈ, ਇਹਨੂੰ ਸੰਗਤ ਨਹੀਂ ਆਖਣਾ, ਟੱਬਰ ਆਖਣਾ, ਮੇਰਾ ਪਰਿਵਾਰ ਹੈ ਸਾਧ ਸੰਗਤ 'ਚ। ਮੇਰਾ ਪਰਿਵਾਰ ਹੈ, ਮੇਰਾ ਟੱਬਰ ਹੈ ਸਾਧ ਸੰਗਤ 'ਚ। ਭਾਈ ਗੁਰਦਾਸ ਜੀ ਕਹਿੰਦੇ ਨੇ, ਮੈਂ ਉਹਨਾਂ ਦੇ ਵਾਰ ਨੇ ਜਾਂਦਾ ਹਾਂ ਜਿਹੜੇ ਆਪਣੇ ਪਰਿਵਾਰ ਦੇ ਵਿੱਚ, ਆਪਣੇ ਟੱਬਰ ਦੇ ਵਿੱਚ, ਇਹ ਮੇਰਾ ਪੁੱਤਰ ਹੈ, ਮੇਰੀ ਧੀ ਹੈ, ਮੇਰੀ ਨੂੰਹ ਹੈ, ਇਹ ਫਲਾਣਾ ਹੈ, ਫਲਾਣਾ ਹੈ, ਇਸ ਤਰ੍ਹਾਂ ਆਪਣੇ ਸਾਰੇ ਸਮਾਜ ਨੂੰ, ਸਾਰੇ ਕੌਮ ਨੂੰ, ਸਾਰੀ ਸੰਗਤ ਨੂੰ ਆਪਣਾ ਟੱਬਰ ਸਮਝਦੇ ਨੇ, ਆਪਣਾ ਪਰਿਵਾਰ ਸਮਝਦੇ ਨੇ ਸਾਧ ਸੰਗਤ 'ਚ। ਬਲਿਹਾਰੀ ਤਿੰਨਾ ਗੁਰ ਸਿੱਖਾਂ ਗੁਰ ਸੇਵਾ ਜਾਣਨ ਅਬਰਿਠਾ। ਉਹਨਾਂ ਗੁਰਸਿੱਖਾਂ ਦੇ ਵਾਰ ਨੇ ਬਲਿਹਾਰ ਨੇ ਜਾਂਦੇ ਹਾਂ
ਜਿਹੜੇ ਸਤਿਗੁਰ ਦੀ ਤਨ ਕਰਕੇ, ਮਨ ਕਰਕੇ, ਤਨ ਕਰਕੇ ਸੇਵਾ ਕਰਦੇ ਨੇ। ਕਿਉਂਕਿ ਧਰਮ ਗ੍ਰੰਥ ਕਹਿੰਦੇ ਨੇ, ਜਿਤਨੇ ਸੁਖ ਸੰਸਾਰ ਕੇ ਸਗਲੇ ਸੇਵਾ ਬੀਚ, ਉੱਤਮ ਪਦਵੀ ਪਾ ਗਏ ਤੇ ਸੇਵਾ ਕਰਕੇ ਨੀਚ ਸਾਧ ਸੰਗਤ ਚ। ਬਲਿਹਾਰੀ ਤਿੰਨਾ ਗੁਰਸਿੱਖਾਂ ਆਪ ਤਰੇ ਧਾਰੇਨ ਸਰੀਠਾ। ਉਹਨਾਂ ਗੁਰਸਿੱਖਾਂ ਦੇ ਵਾਰ ਨੇ, ਬਲਿਹਾਰ ਨੇ ਜਾਂਦੇ ਹਾਂ, ਜਿਹੜੇ ਆਪ ਇਸ ਭਵਜਲ ਤੋਂ ਤਰਨ ਦਾ ਯਤਨ ਕਰਦੇ ਨੇ ਪਏ ਤੇ ਸਾਰੀ ਸ੍ਰਿਸ਼ਟੀ ਨੂੰ ਉਤਾਰਨ ਦਾ ਯਤਨ ਕਰਦੇ ਨੇ ਪਏ ਸਾਧ ਸੰਗਤ ਚ। ਅਗਲੀ ਗੱਲ ਕਰਦੇ ਕਰਦੇ ਕਹਿੰਦੇ ਨੇ, ਗੁਰਮੁਖ ਮਿਲਿਆ ਪਾਪ ਪਨੀਠਾ। ਇਹੋ ਜਿਹੇ ਗੁਰਸਿੱਖਾਂ ਦੇ ਦਰਸ਼ਨ ਕਰਨ ਦੇ ਨਾਲ ਹੀ ਅਧਿਆਤਮਿਕ ਦੁੱਖ, ਅਧਿਦੇਵ ਦੁੱਖ, ਅਧਿਭੂਤ ਦੁੱਖ, ਕਈ ਤਰ੍ਹਾਂ ਦੁੱਖ ਦੂਰ ਹੋ ਜਾਂਦੇ ਨੇ, ਪਾਪ ਨਾਸ਼ ਹੋ ਜਾਂਦੇ ਨੇ ਸਾਧ ਸੰਗਤ। ਕਿਉਂਕਿ ਪਾਪ ਮਨੁੱਖ ਮਨ ਕਰਕੇ ਕਰਦਾ ਹੈ, ਪਾਪ ਮਨੁੱਖ ਬਾਣੀ ਕਰਕੇ ਕਰਦਾ ਹੈ, ਪਾਪ ਮਨੁੱਖ ਸਰੀਰ ਕਰਕੇ ਕਰਦਾ ਸਾਧ ਸੰਗਤ ਚ। ਉਹਨਾਂ ਪਾਪਾਂ ਦੀ ਨਿਵਰਤੀ ਹੋ ਜਾਂਦੀ ਹੈ ਗੁਰੂ ਦੇ ਪਿਆਰਿਓ। ਆਪ ਜੀ ਹੁਣੇ ਹੁਣੇ ਸਤਿਗੁਰੂ ਜੀ ਦੀ ਹਜ਼ੂਰੀ ਚ, ਪਾਵਨ ਪਵਿੱਤਰ ਵਿੱਚ ਬੈਠੇ ਹੋਏ ਸਾਰੇ ਮਾਈ ਭਾਈ ਸਤਿਗੁਰ ਦੇ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਪ੍ਰੇਮ ਸਤਿਕਾਰ ਨਾਲ ਆਖ ਲਓ, ਧੰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ। ਇਹ ਜਿਹੜਾ ਕਿ ਤੁਹਾਡਾ ਪ੍ਰਯੋਗ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, 10 ਸਾਉਣ ਨੂੰ ਆਰੰਭਤਾ ਕਰਕੇ 20 ਭਾਦਰੋਂ 1963 ਬਿਕਰਮੀ ਦੀ ਸਮਾਪਤੀ ਕੀਤੀ ਸਾਧ ਸੰਗਤ ਚ। ਜਿਹੜਾ ਆਪ ਜੀ ਇਸ ਸੁਭਾਗ ਸਮੇਂ ਦੇ ਅਨੁਸਾਰ ਸਤਿਗੁਰੂ ਦੇ ਹਜ਼ੂਰੀ ਦੇ ਵਿੱਚ ਇਸ ਪ੍ਰਯੋਗ ਨੂੰ ਭਾਵ ਸਮਾਪਤ ਕੀਤਾ, ਅੱਗੋਂ ਆਰੰਭ ਕੀਤੀ ਹੈ, ਜਿਸ ਨੂੰ 108ਵਾਂ ਸਾਲ ਦਾ ਪ੍ਰਯੋਗ ਹੈ ਤੁਹਾਡਾ ਸਾਧ ਸੰਗਤ ਚ। ਸੰਸਾਰ ਦੇ ਵਿੱਚ ਜਦੋਂ ਕੋਈ ਗ੍ਰਸਤੀ, ਜਦੋਂ ਕੋਈ ਸਾਧੂ ਸੰਤ ਮਹਾਤਮਾ, ਜਦੋਂ ਕੋਈ ਗੁਰੂ ਤੇ ਪੀਰ ਕੋਈ ਕਾਰਜ ਕਰਦੇ ਨੇ, ਉਹਦਾ ਪਹਿਲਾਂ ਕਾਰਨ ਬਣਦਾ ਸਾਧ ਸੰਗਤ ਚ। ਇਸ ਤੁਹਾਡੀ ਸਮੱਸਿਆ ਦਾ, ਇਸ ਤੁਹਾਡੀ ਤਪ ਦਾ, ਇਸ ਤੁਹਾਡੇ ਜਪ ਪ੍ਰਯੋਗ ਦਾ ਕਾਰਨ ਕੀ ਬਣਿਆ? ਕਾਰਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਗੁਰੂ ਨਾਨਕ ਦਸਮੇਸ਼ ਪਾਤਸ਼ਾਹ, ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੰਘਾਸਨ ਦੇ ਉੱਤੇ, ਗੱਦੀ ਦੇ ਉੱਤੇ ਜਦੋਂ ਬਿਰਾਜਮਾਨ ਹੋਏ, 17 ਸਾਲ ਦੀ ਸੰਸਾਰਕ ਆਯੂ ਸੀ ਸਾਧ ਸੰਗਤ ਚ। ਅਵਸਥਾ ਵਿਰਾਗ ਚ ਆ ਗਈ ਸਾਧ ਸੰਗਤ ਚ। ਜਿਹੜੀ ਗਿਆਨ ਅਗਨੀ ਸੀ ਇੰਨੀ ਪ੍ਰਚੰਡ ਹੋ ਗਈ, ਮੌਨ ਬਿਰਤੀ ਧਾਰਨ ਕਰ ਲਈ। ਮਾਤਾ ਜੀ ਦੇ ਚਰਨਾਂ ਚ ਸਿੱਖ ਸੰਗਤਾਂ ਨੇ ਪ੍ਰਾਰਥਨਾ ਕੀਤੀ, ਮਾਤਾ ਜੀ ਅਸੀਂ 2-2, 4-4, 5-5, 700 ਮੀਲ ਤੋਂ ਚੱਲ ਕੇ ਆਉਂਦੇ ਹਾਂ, ਸੱਚੇ ਪਾਤਸ਼ਾਹ ਆਪਣੀ ਦ੍ਰਿਸ਼ਟੀ ਨਹੀਂ ਪਾਉਂਦੇ। ਇਸ ਦ੍ਰਿਸ਼ਟੀ ਚ ਅੰਮ੍ਰਿਤ ਹੈ, ਸਾਰੀ ਉਮਰ ਸਫਲ, ਸਾਰੀ ਯਾਤਰਾ ਸਫਲ। ਸੱਜਣੋ, ਸਤਿਗੁਰ ਦੀ ਦ੍ਰਿਸ਼ਟੀ ਵਿੱਚ ਨਹੀਂ ਤੇ 8 ਪਹਿਰ ਤੇ ਅਮਲ ਚ ਬਤੀਤ ਹੀ ਹੋ ਜਾਂਦੇ ਨੇ ਸਾਧ ਸੰਗਤ ਚ। ਓਹੋ 8 ਪਹਿਰ ਮਸਤ ਮਸਤ ਸਾਧ ਸੰਗਤ ਚ। ਭਾਵਨਾ ਸ਼ਰਤ ਆਪੋ ਆਪਣੀ ਆ ਗੁਰੂ ਦੇ ਪਿਆਰੇ। ਮਾਤਾ ਜੀ ਇਹ ਕਿਸੇ ਦੀ ਦ੍ਰਿਸ਼ਟੀ ਨਹੀਂ ਪਾਉਂਦੇ, ਕਿਸੇ ਆਏ ਗਏ ਸਿੱਖ ਦੇ ਨਾਲ ਬੋਲ ਚਾਲਦੇ ਨਹੀਂ ਗਏ। ਸਾਡੀ ਆਤਮਾ ਪ੍ਰਸੰਨ ਨਹੀਂ ਹੁੰਦੀ, ਖੁਸ਼ ਨਹੀਂ ਹੁੰਦੀ। ਆਦ ਸ਼ਬਦ ਬਹੁਤ ਬੋਲੇ, ਸਮੇਂ ਦੇ ਥੋੜ੍ਹੇ ਕਰਕੇ ਮੈਂ ਆਪਣੀ ਗੱਲ ਨੂੰ ਯਤਨ ਕਰਨਾ ਪਿਆ ਸਮਾਪਤ ਕਰਨ ਦੀ। ਮਾਤਾ ਜੀਵਨ ਕੌਰ ਜੀ ਨੇ ਇਸ ਗੱਲ ਨੂੰ ਯਥਾਰਥ ਸਮਝਿਆ, ਸਮਾਂ ਬਣਿਆ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਮਾਂ ਤੇ ਪੁੱਤ ਦਾ ਸੰਵਾਦ ਹੈ ਸਾਧ ਸੰਗਤ ਚ। ਕਹਿੰਦੇ, ਪ੍ਰਤਾਪ ਸਿਆਂ ਇਹ ਗੱਲ ਮੇਰੇ ਪਾਸ ਆਈ ਹੈ, ਇੱਕ ਤੇ ਤੂੰ ਮੌਨ ਚੁੱਪ ਰਹਿਣਾ, ਦੂਸਰਾ ਆਏਗੇ ਸਿੱਖਾਂ ਸਾਧਾਂ ਨੂੰ ਬੋਲਿਆ ਕਰ, ਬੁਲਾਇਆ ਕਰ, ਉਹਦੇ ਦ੍ਰਿਸ਼ਟੀ ਪਾਇਆ ਕਰ। ਤੂੰ ਸਤਿਗੁਰੂ ਰਾਮ ਸਿੰਘ ਦੀ ਗੱਦੀ ਤੇ ਬੈਠਾ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵਿਰਾਗ ਚ ਆ ਗਏ ਸਾਧ ਸੰਗਤ ਜੀ। ਕਹਿੰਦੇ, ਮਾਂ ਜੀ ਮੇਰੇ ਅੱਗੇ 2 ਕਾਰਨ ਨੇ ਜਿਨ੍ਹਾਂ ਮੈਨੂੰ ਮੌਨ ਚੁੱਪ ਕਰਾ ਦਿੱਤਾ ਹੈ।
अथवा माता जी इस भैणी साहब दे विच इस संसार तो मेरा जीवन जिहड़ा ना ये कुछ उपराम जा रहन लग पिया। कहते कारण की है? कहते माता जी 1963 दे विच जिहड़ा कि गुरु हरि सिंह सच्चे पातशाह चुबारा सी, भाव आप जी अपने हिरदे विच लियाओ, श्री सतगुरु जगजीत सिंह सच्चे पातशाह जी महान देन, पूज्य सत्कार श्री माता जी की महान देन, माता चंद कौर जी महान देन, श्री भैणी साहब नूं चंद ला दिता साध संगत च। तब्दीलियां लियांदियां गुरु दे प्यारिओ। कदे पुराना समा सी जदों कि गुरु हरि सिंह सच्चे पचबारा वजदा सी, माता जी मैनूं सच्चे पातशाह ने उत्थे बुलाया, कहन लगे प्रताप सिंह हुण काम संभाल, करिया कर ते करवाया कर। माता जी एक तो सतगुरां दे ये शब्द मेरे रोम रोम च धस गए ने। माता जी मेरे विच योग्यता कोई नहीं गी, ओहो मेरे आखे कौन लगेगा, मैं किनू आखांगा मेरे एक काम कर। एक तो माता जी इस गल ने मैनू मौन धारण कर दी है साध संगत। माता जी दूसरी गल, जदों बड़ी बड़ी वड्डी उम्र के साधु महात्मा तपस्वी सिख आके मेरे चरणों ते सिर रखते ने, आके चरण नमस्कार करते ने, माता जी मैनू बहुत लाज आउंदी है, मैनू बहुत शर्म आउंदी है। क्यों प्रताप सिंह? माता जी वो मैनू की समझ के आके अपना सिर रखते ने, मत्था टेकते ने, की समझ के करते ने। ते माता जी जो वो मैनू समझ के मत्था टेकते ने, नमस्कार करते ने, मैनू बनना भी चाहिए, वो मैनू बनना चाहिए। वो माता जी आ दो कारण ने। माता जी चुप कर गए साध संगत मर्ज की सी, आ कारण बन गया साध संगत। कारण तपस्या का तुहाडा कारण बन गया, जप प्रयोग का कारण बन गया साध संगत। भाव समय के अनुसार दास प्रार्थना करता पिया, ये तपस्या श्री सतगुरु प्रताप सिंह ने शुरू की, जदों तो लैके उस अकाल पुरख ने सृष्टि की साजना की, उदों तो साधु संत महात्मा गुरु पीर करते ही आए साध संगत। पर समय समय के अनुसार इनू ताज़ा किया, फिर साध संगत ताज़ा किया गुरु के प्यारिओ। जदों तुसीं इतिहास से टुब्बी मारोगे, इतिहास इस गल की गवाही पाता पिया। त्रेते युग के विच श्री भगवान रामचंद्र जी महारिषि गुरुदेव वशिष्ठ जी के स्थान पर जाके खूब सेवा की ते तप किया साध संगत। पर वो तप वो सेवा उसकी कोई सीमा सी साध संगत, अपनी सीमा में रही। द्वापर युग आ गया, ये श्री भगवान कृष्ण जी रहबर होए, उन्होंने संदीपन गुरु के स्थान पर जाके खूब गुरु सेवा की, अथवा अंगरा लिखी के स्थान पर जाके खूब गुरु के पैरों तप किया साध संगत। तप किया, वो तप उन्हीं सीमा च रह गया। कल युग का समा आ गया साध संगत। यदी प्रौढ़ता भाई गुरदास जी करते हैं, कहते ने पहला पाया बाबे बख्शदर, पिछों दे फिर घाल कमाई, रेत अक आहार कर रोड़ा दी गुरु करी विछाई, भारी करी तपस्या बड़े भाग हर सिंह बने आई साध संगत। जदों श्री सतगुरु प्रताप सिंह सच्चे पातशाह जी ने इस जप प्रयोग की आरंभता की, पंडित बसंत सिंह के कहने के अनुसार, माता जीवन कौर की आग्ञा के अनुसार नीलो नहर जदों शुरू की, सवा पै रात उठना, उत्थे जल च इशनान करना, अपने तेड़ कशहरा छोटी दस्तार पा के किनारे ते बैठ जाना, 125 पाठ 35 अखरी दे 5 ग्रंथी का कदे पाठ उपरों करना, कदे जुबानी करना, 8 पैरों के विच एक छटाकी चौल छकने सतगुरु प्रताप सिंह सच्चे पातशाह ने साध संगत। तुहाडा इतिहास बोलता पे गुरु के प्यारे, इतिहास बोलता पे। कहते ने रेत अक आहार का रोड़ा दी कुर करी विछाई। सजनुआ ताप सतगुरु जगजीत सिंह ने किन्ने को वर्तमान सतगुरु जी किन्नियां को सानू खुशियां देंदे ने पे साध संगत, किन्ना साडा ध्यान रखते हैं पे, ये असीं आपो अपने ते निगाह मारनी है साध संगत जी। ये बयान नहीं की जा सकती गल, अपन झाती मारी अपने अंदर साध संगत जी। कहते ने रेत अक आहार का रोड़ा दी गुर करी विछाई।
ਗੁਰੂ ਨਾਨਕ ਨੇ ਭਾਰੀ ਕਰੀ ਤਪੱਸਿਆ। ਗੱਲ ਆ ਗਈ ਸਾਧ ਸੰਗਤ 'ਚ, ਇਹਨੂੰ ਤਾਜ਼ਾ ਕਰ ਦਿੱਤਾ। ਕੱਲੀ ਕੱਲੀ ਗੱਲ ਕਹਿਣ ਦੇ ਨਾਲ ਸਮਾਂ ਲੱਗੇਗਾ। ਇਹ ਗੱਲ ਫੇਰ ਗੁਰੂ ਤੇਗ ਬਹਾਦਰ ਨੇ ਤਾਜ਼ੀ ਕੀਤੀ ਸਾਧ ਸੰਗਤ 'ਚ। ਆਪਣੇ ਨਾਨਕੇ ਬਾਬੇ ਬਕਾਲੇ ਦੀ ਧਰਤੀ ਨੂੰ ਭਾਗ ਲਾ ਕੇ ਲਗਾਤਾਰ 22 ਸਾਲ ਤਪ ਕੀਤਾ ਸਾਧ ਸੰਗਤ 'ਚ। ਤਾਜ਼ਾ ਕੀਤਾ ਨੂੰ ਗੁਰੂ ਦੇ ਪਿਆਰਿਓ। ਇਹ ਤਪੱਸਿਆ ਚੱਲਦੀ ਆਈ। ਇਸ ਤਪੱਸਿਆ ਨੂੰ ਫਿਰ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸੁਰਜੀਤ ਕੀਤਾ ਸਾਧ ਸੰਗਤ 'ਚ। ਤੁਹਾਡੇ ਇਸ ਪਾਵਨ ਪਵਿੱਤਰ ਮਿੱਟੀ ਦੇ ਉੱਤੇ, ਇਸ ਧਰਤੀ ਦੇ ਉੱਤੇ, ਸ੍ਰੀ ਪਾਵਨ ਪਵਿੱਤਰ ਧਰਤੀ, ਸ੍ਰੀ ਭੈਣੀ ਸਾਹਿਬ ਧਰਤੀ ਉੱਤੇ, ਜਿਹੜਾ ਕਿ ਅਕਾਲ ਬੁੰਗਾ ਸਥਾਨ ਹੈ, ਇੱਥੇ 20 ਸਾਲ ਲਗਾਤਾਰ ਬੈਠ ਕੇ ਤਪ ਕੀਤਾ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ। ਮੈਂ ਅਰਜ਼ ਕਿਹੜੀ ਕਰਨਾ ਪਿਆ, ਇਹ ਕਰਨ ਦਾ ਯਤਨ ਕਰਨਾ ਪਿਆ। ਉਹ ਜਿਹੜੀ ਭਗਤੀ ਦੀ ਤਪੱਸਿਆ ਦੀ ਸੀਮਾ ਸੀ ਨਾ, ਉਹ ਉੱਥੇ ਰਹੀ ਸਾਧ ਸੰਗਤ 'ਚ, ਉੱਥੇ ਰਹੀ ਗੁਰੂ ਦੇ ਪਿਆਰਿਓ। ਸਮਾਂ ਆਇਆ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਾਧ ਸੰਗਤ 'ਚ। ਭਾਵ 10 ਸਾਉਣ ਤੋਂ ਲੈ ਕੇ 20 ਭਾਦਰੋਂ ਤੱਕ ਇਹਦੀ ਆਰੰਭਤਾ ਕਰਕੇ ਤੇ ਸਮਾਪਤੀ ਕੀਤੀ ਗਈ। ਇਹਨੂੰ ਤਾਜ਼ਾ ਕੀਤਾ। ਅੱਗੋਂ 1959 ਦੇ ਵਿੱਚ ਗੁਰੂ ਨਾਨਕ ਦਸਮੇਸ਼ ਪਾਤਸ਼ਾਹ ਸਤਿਗੁਰੂ ਰਾਮ ਸਿੰਘ ਸਚਗੱਦੀ ਤੇ ਅਕਾਲ ਪੁਰਖ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਸੁਭਾਏਮਾਨ ਹੋਏ ਬੈਠੇ ਸਾਧ ਸੰਗਤ 'ਚ। ਭਾਵ ਸਾਰੇ ਪ੍ਰੇਮ ਸਤਿਕਾਰ ਨਾਲ ਨਮਸਕਾਰ ਕਰੋ, ਨਾਲੇ ਰਸਨਾ ਨੂੰ ਪਵਿੱਤਰ ਕਰੋ। ਸਭ ਮਾਈ ਪਾਈ ਆਖੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ। ਰੂਹਾਨੀਅਤ ਸਤਿਗੁਰੂ ਜੀ ਦੀ ਦੇਣ। ਉਸ ਅਕਾਲ ਪੁਰਖ ਸਤਿਗੁਰੂ ਜੀ ਨੇ ਕੀ ਕੀਤਾ? ਇਹ ਜਿਹੜਾ ਕਿ ਤੁਹਾਡਾ ਜਪ ਯੋਗ ਹੈ, ਇਹ ਜਿਹੜੀ ਕਿ ਸਾਡੀ ਤਪੱਸਿਆ ਸੀ, ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਨੇ ਕੱਲੇ ਕੱਲੇ ਘਰ, ਡੇਰਿਆਂ ਦੇ ਵਿੱਚ, ਗਲੀਆਂ ਦੇ ਵਿੱਚ, ਮਹੱਲਿਆਂ ਦੇ ਵਿੱਚ, ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਦੇਸਾਂ ਤੇ ਵਿਦੇਸ਼ਾਂ ਦੇ ਵਿੱਚ ਇਸ ਪ੍ਰਯੋਗ ਨੂੰ ਖਿਲਾਰ ਦਿੱਤਾ ਸਾਧ ਸੰਗਤ 'ਚ। ਸਤਿਗੁਰੂ ਜਗਜੀਤ ਸਿੰਘ ਦੇਣ ਆ ਗੁਰੂ ਦੇ ਪਿਆਰੇ, ਦੇਣ। ਵੱਡੀ ਸਤਿਗੁਰੂ ਜਿਹੜਾ ਕਿ ਸਤਿਯੁਗ ਤਰੇ ਤੁਰੀ ਆਈ ਸੀ ਸਾਧ ਸੰਗਤ, ਪਰ ਸੀਮਾ 'ਚ ਰਹੀਏ। ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਕੱਲੇ ਕੱਲੇ ਹਿਰਦੇ 'ਚ ਤਪੱਸਿਆ ਨੂੰ ਖਿਲਾਰ ਦਿੱਤਾ ਸਾਧ ਸੰਗਤ 'ਚ। ਆਪ ਜੀ ਆਨੰਦ ਮਾਣਦੇ ਹੋ ਪਏ। ਵੱਡੇ ਭਾਗਾਂ ਦੀ ਗੱਲ ਹੈ। ਦਾਸ ਪ੍ਰਾਰਥਨਾ ਕਰਦਾ ਆਪ ਸੱਜਣਾ ਦੇ ਚਰਨਾਂ ਦੇ ਵਿੱਚ, ਇਹ ਤਪੱਸਿਆ, ਇਹ ਨਾਮ ਬਹੁਤ ਸ਼ਾਸਤਰ ਬਹੁਤ ਸਿਮਰਤੀ, ਪੇਖੇ ਸਰਬ ਢੋਲ, ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਦੇ ਵਾਕ ਅਨੁਸਾਰ। ਆਪ ਜੀ ਆਪਣੇ ਪਰਿਵਾਰਾਂ ਨੂੰ ਛੱਡ ਕੇ, ਆਪਣੇ ਘਰਾਂ ਨੂੰ ਛੱਡ ਕੇ, ਸਤਿਗੁਰੂ ਜੀ ਦੇ ਦਰਸ਼ਨਾਂ ਦਾ, ਸਤਿਗੁਰੂ ਜੀ ਦੀ ਸੇਵਾ ਦਾ, ਗੁਰੂ ਘਰ ਸੇਵਾ ਦਾ ਆਨੰਦ ਮਾਣਨ ਦੇ ਵਾਸਤੇ ਆਪਾਂ ਹਾਜ਼ਰੀਆਂ ਭਰ ਰਹੇ ਹਾਂ ਸਾਧ ਸੰਗਤ 'ਚ। ਭਾਵ ਸਿਮਰਨ, ਇਹਦੀ ਕਿਤਨੀ ਕੋ ਆਪਾਂ ਮਹਾਨਤਾ ਕਰੀਏ ਸਾਧ ਸੰਗਤ 'ਚ। ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਮਹਾਨਤਾ ਦੇ ਅਨੁਸਾਰ, ਦੇਣ ਦੇ ਅਨੁਸਾਰ, ਨਲ ਤੇ ਨੀਲ ਨੇ 2 ਪੱਥਰ ਲੈਣੇ, ਇੱਕ ਤੇ ਰਾਰੇ ਨੂੰ ਰਾਕ ਨਾ ਪਾ ਦੇਣਾ, ਦੂਜੇ ਤੇ ਮਮਾ ਪਾ ਦੇਣਾ, ਬਗੈਰ ਸੀਮੈਂਟ ਤੋਂ, ਬਗੈਰ ਰੇਤ ਤੋਂ ਤੇ ਬਗੈਰ ਹੀ ਕਿਸੇ ਬਜਰੀ ਤੋਂ ਉਹਨਾਂ ਨੂੰ ਜੋੜ ਕੇ ਪਾਣੀ ਤੇ ਰੱਖ ਦੇਣਾ, ਉਹਨੇ ਤਰਨ ਲੱਗ ਪੈਣਾ। ਰਾਮ ਦੇ ਨਾਮ ਦੀ ਮਹਾਨਤਾ ਸਾਧ ਸੰਗਤ 'ਚ। ਗੁਰੂ ਨਾਨਕ ਆਏ, ਉਹਨਾਂ ਨੇ ਚਰਨਾਂ 'ਚ ਮਰਦਾਨੇ ਨੇ ਪ੍ਰਾਰਥਨਾ ਕੀਤੀ, ਸੱਚੇ ਪਾਤਸ਼ਾਹ ਇਹ ਸੁਣਿਆ ਸਾਂ ਭਈ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਸਮੁੰਦਰ ਤੇ ਪੁਲ ਬੱਧਾ। ਗੁਰੂ ਨਾਨਕ ਕਹਿੰਦੇ ਨੇ ਹਾਂ ਮਰਦਾਨਾ, ਪਰ ਜਦੋਂ ਉਹਨਾਂ ਨੇ ਅਯੁੱਧਿਆ ਨੂੰ ਸਰ ਕਰ ਲਿਆ ਸੀ, ਮਾਤਾ ਸੀਤਾ ਜੀ ਨੂੰ ਲੈ ਕੇ ਵਾਪਸ ਅਯੁੱਧਿਆ ਨੂੰ ਆਏ, ਉਹ ਨਾਲ ਦੇ ਨਾਲ ਪੁਲ ਤੋੜੀ ਗਏ ਸਾਧ ਸੰਗਤ 'ਚ, ਤੋੜ ਦਿੱਤਾ ਪੁਲ। ਕਹਿੰਦੇ ਹਾਂ ਉਹਦੀ ਕੁਛ ਨਿਸ਼ਾਨੀ ਹੈ। ਮਰਦਾਨਾ ਕਹਿੰਦੇ ਦਰਸ਼ਨ ਕਰਾ ਦਿਓ। ਮੀਟੋ ਅੱਖੀਆਂ, ਮੀਟਾਂ ਅੱਖੀਆਂ ਸਮੁੰਦਰ ਤੇ ਖਲੋਤੇ ਨੇ। ਕਹਿੰਦਾ ਸੱਚੇ ਪਾਤਸ਼ਾਹ ਕਿਰਪਾ ਕਰੋ, ਹਾਂ ਅਸੀਂ ਅਯੁੱਧਿਆ ਦੇ ਦਰਸ਼ਨ ਕਰ ਆਈਏ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਮਰਦਾਨਾ ਕੋਈ ਬਾਤ ਨਹੀਂ, ਭਗਵਾਨ ਰਾਮ ਚੰਦਰ ਜੀ ਨੇ ਉਹਨਾਂ ਦੀ ਕਿਰਪਾ ਦੇ ਨਾਲ ਮਿਸਤਰੀ ਨਲ ਤੇ ਨੀਲ ਨੇ ਰਾਮ ਦਾ ਨਾਮ ਆ ਕੇ ਪੱਥਰ ਤਾਰ ਦਿੱਤੇ ਸਨ, ਤੇ ਆਪਾਂ ਰਾਮ ਦਾ ਨਾਮ ਲੈ ਕੇ ਪਾਣੀ ਤੁਰੇ ਚੱਲਦੇ ਹਾਂ ਸਾਧ ਸੰਗਤ ਜੀ, ਤੁਰੇ ਚੱਲਦੇ ਹਾਂ। 7 ਬਚਨ ਸੰਤ ਜਵਾਹਰ ਸਿੰਘ ਜੀ
ਜਿਨ੍ਹਾਂ ਦੀ ਭੈਣ ਰਾਵੀ ਦਰਿਆ ਤੋਂ ਪਾਰ ਘੋਨੇਵਾ ਪਿੰਡ ਰਹਿੰਦੀ ਸੀ। ਜਦੋਂ ਮਨ ਦੀ ਅਵਸਥਾ ਕਰਨੀ, ਇਸ਼ਨਾਨ ਕਰਨਾ, ਕੇਸ ਪਿਛਾਣ ਸੁੱਟ ਲੈਣੇ, ਚਰਨਾਂ 'ਚ ਪਵੇ ਪਾ ਲੈਣੇ, ਹੱਥ 'ਚ ਮਾਲਾ ਫੜ ਲੈਣੀ, ਤੁਰ ਪੈਣਾ। ਪਤਾ ਨਹੀਂ ਰਾਵੀ ਤੋਂ ਜਾ ਰਹੇ ਨੇ ਕਿ ਧਰਤੀ 'ਤੇ ਜਾ ਰਹੇ ਨੇ। ਸਾਧ ਸੰਗਤ 'ਚ ਰਾਮ ਦੇ ਨਾਮ ਦੀ ਵਡਿਆਈ, ਗੁਰੂ ਦੇ ਪਿਆਰਿਓ। ਮਰਦ ਕਰਦਾ ਸੀ ਪਿਆ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਇਹ ਸ੍ਰੀ ਭੈਣੀ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਨੂੰ ਭਾਗ ਲਾ ਰਹੇ ਨੇ। ਸ਼ਹੀਦੀ ਜਥਾ ਭਾਈ ਲਹਿਣਾ ਸਿੰਘ ਤੇ ਭਾਈ ਹੀਰਾ ਸਿੰਘ ਤੇ ਭਾਈ ਲਹਿਣਾ ਸਿੰਘ ਸਾਧ ਸੰਗਤ ਜੀ ਆ ਕੇ ਪ੍ਰਾਰਥਨਾ ਕੀਤੀ, ਸੱਚੇ ਪਾਤਸ਼ਾਹ ਸਾਨੂੰ ਆਗਿਆ ਦਿਓ, ਹੁਕਮ ਦਿਓ, ਅਸਾਂ ਜ਼ੁਲਮਾਂ ਦਾ, ਇਸ ਜ਼ਾਲਮਾਂ ਦਾ ਨਾਸ ਕਰਨਾ ਹੈ, ਮਲੇਰਕੋਟ ਤੇ ਚੜ੍ਹਾਈ ਕਰਨੀ ਹੈ। ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਅੰਤਰ ਧਿਆ ਕਹਿੰਦੇ ਨੇ, ਮਸਤਾਨਿਓ, ਗੁਰੂ ਦੇ ਸਿੱਖੋ, ਜਿਹੜਾ ਤੁਸਾਂ ਤਲਵਾਰ ਨਾਲ ਕਰਨਾ ਹੈ ਨਾ, ਉਹ ਮੈਂ ਮਾਲਾ ਨਾਲ ਹੀ ਕਰ ਦਿਆਂਗੇ ਜੇ ਪਨੀਰੀ ਛੋਟੀ ਹੈ। ਰਾਮ ਦੇ ਨਾਮ ਦੀ ਵਡਿਆਈ ਸਾਧ ਸੰਗਤ ਜੇ ਪਨੀਰੀ ਛੋਟੀ ਹੈ, ਇੰਤਜ਼ਾਰ ਕਰੋ। ਜਦੋਂ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਮਸਤਾਨੇ ਕਹਿੰਦੇ ਨੇ ਗੁਰੂ ਤੇਗ ਬਹਾਦਰ ਦਾ ਹੁਕਮ ਆ ਗਿਆ ਸਾਧ ਸੰਗਤ 'ਚ, ਸ਼ਹੀਦੀਆਂ ਪਾਓ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਹੁਕਮ ਮੈਂ ਵੀ ਨਹੀਂ ਮੋੜ ਸਕਦਾ ਸਾਧ ਸੰਗਤ 'ਚ। ਭਾ ਮੈਂ ਅਰਜ਼ ਕਰਦਾ ਸੀ ਪਿਆ ਇਸ ਰਾਮ ਦੇ ਨਾਮ ਦੀ ਵਡਿਆਈ। ਦਾਸ ਇਹ ਪ੍ਰਾਰਥਨਾ ਕਰਦਾ ਪਿਆ, ਰਾਮ ਦਾ ਨਾਮ ਉਹੀ ਚੀਜ਼ ਹੈ। ਸਤਿਗੁਰਾਂ ਦੇ ਚਰਨਾਂ 'ਚ ਪ੍ਰਾਰਥਨਾ ਕਰਨੀ ਹੈ, ਸੱਚੇ ਪਾਤਸ਼ਾਹ ਸਾਨੂੰ ਉਸ ਰਾਮ ਦੇ ਨਾਮ ਦੀ, ਅਕਾਲ ਪੁਰਖ ਸਤਿਗੁਰ ਦੇ ਨਾਮ ਦੀ ਜਿਹੜੀ ਵਡਿਆਈ ਹੈ, ਮਹਾਨਤਾ ਸਾਡੇ ਹਿਰਦੇ ਵਿੱਚ ਵਸੇ। ਤੇ ਇਹ ਜਿਹੜਾ ਕਿ ਆਪਾਂ ਸਿਮਰਨ ਕਰਨੇ ਆ ਪਏ, ਮਨ ਬਣ ਗਿਆ ਸੀ, ਹੁਕਮ ਹੋਇਆ ਸੀ, ਉਹਦੇ ਅਨੁਸਾਰ ਦਾਸ ਪ੍ਰਾਰਥਨਾ ਕਰਦਾ ਪਿਆ। ਇਸ ਰਾਮ ਦੇ ਨਾਮ ਨੂੰ ਜਪਣ ਦੇ ਵਾਸਤੇ ਆਪਾਂ ਨੇ ਇਸ ਧਰਤੀ ਨੂੰ ਸ਼ੁੱਧ ਕਰਨਾ, ਸਾਧ ਸੰਗਤ 'ਚ ਇਸ ਧਰਤੀ ਨੂੰ ਸ਼ੁੱਧ ਕਰਨਾ, ਸਰੀਰ ਰੂਪੇ ਧਰਤੀ ਨੂੰ ਸ਼ੁੱਧ ਕਰਨਾ, ਕਿਉਂਕਿ ਇਸ ਰਾਮ ਦੇ ਨਾਮ ਜਪਣ ਦੇ ਵਿੱਚ 10 ਵਿਘਨ ਨੇ ਸਾਧ ਸੰਗਤ 'ਚ। ਜਿਹੜਾ ਕਿ ਸਾਡੀ ਭਗਤੀ, ਇਹ ਸਾਡਾ ਸਿਮਰਨ ਕੀਤਾ, ਇਹ ਸਾਨੂੰ ਸਾਡੇ 'ਤੇ ਅਸਰ ਨਹੀਂ ਕਰਦੇ ਪਏ, ਕਿਉਂਕਿ ਜਿਉਂ-ਜਿਉਂ ਸੈਂਸ ਵੱਧਦੀ ਹੈ ਪਈ, ਡਿਗਰੀਆਂ ਵੱਧਦੀਆਂ ਨੇ ਪਈਆਂ, ਧਾਰਮਿਕ ਸਥਾਨ ਵੱਧਦੇ ਨੇ ਪਏ, ਅਥਵਾ ਸਾਸੰਗ ਵੱਧਦੇ ਨੇ ਪਏ, ਧਰਮ ਦੇ ਪ੍ਰਚਾਰ ਵੱਧਦੇ ਨੇ ਪਏ, ਇਹ ਮਨ ਚੰਚਲ ਤੇ ਸੁਆਦੂ ਬਣਦੇ ਨੇ ਪਏ ਸਾਧ ਸੰਗਤ 'ਚ। ਕਿਤਨਾ ਕਮਾਲ ਹੈ। ਜਿਉਂ-ਜਿਉਂ ਇਹ ਵੱਧਦੇ ਨੇ ਪਏ, ਭਰਾ ਦਾ ਵਿਸ਼ਵਾਸ ਖਤਮ ਹੋਣ ਡਿਆ, ਔਰਤ ਮਰਦ ਦਾ ਸਤਿਕਾਰ ਖਤਮ ਹੋਣ ਡਿਆ, ਬੰਦੇ ਦਾ ਸਤਿਕਾਰ ਖਤਮ ਹੋਣ ਡਿਆ। ਕਿਉਂ ਹੁੰਦਾ ਪਿਆ? ਆਪਾਂ ਜ਼ਮੀਨ ਨਹੀਂ ਸਵਾਰਦੇ ਪਏ ਸਾਧ ਸੰਗਤ 'ਚ, ਜ਼ਮੀਨ ਨਹੀਂ ਸਵਾਰਦੇ ਪਏ। ਭਾਵ ਇਹ 'ਚ ਵਿਘਨ ਕੀ ਨੇ? ਦਾਸ ਯਤਨ ਕਰਦਾ ਇਹਨਾਂ ਨੂੰ ਛੇਤੀ ਸਮਾਪਤ ਕਰਨ ਦਾ। ਸੰਤਨ ਕੀ ਨਿੰਦਾ ਹੈ ਜੋਈ, ਪਹਿਲਾ ਵਿਘਨ ਪਛਾਨੋ ਸੋਈ। ਸੰਤ ਗੁਰੂ ਦੀ ਨਿੰਦਿਆ ਕਰਨੀ ਸਾਧ ਸੰਗਤ 'ਚ। ਕਹਿੰਦੇ ਨੇ ਨਿੰਦਾ ਭਲੀ ਕਿਸਾ ਕੀ ਨਾਹੀ, ਮਨਮੁਖ ਮੁਗਧ ਕਰਨ, ਮੂੰਹ ਕਾਲੇ ਤਿਨਾ ਨਿੰਦਕਾਂ ਤੇ ਨਰਕੇ ਘੋਰ ਪਵਾਨ ਦੇ ਵਾਕ ਅਨੁਸਾਰ। ਇਹਦੀ ਵਿਆਖਿਆ ਬਹੁਤ ਲੰਬੀ ਹੈ, ਮੈਂ ਥੋੜ੍ਹੇ ਜਿਹੇ ਸ਼ਬਦਾਂ 'ਚ ਅਰਜ਼ ਕਰਨਾ ਪਿਆ। ਆਪਣੇ ਘਰਾਂ 'ਚ ਬੈਠੇ ਆਪਣੇ ਬੱਚਿਆਂ 'ਚ ਕਰਿਆ ਨਾ ਕਰੋ ਸਾਧ ਸੰਗਤ 'ਚ। ਜਦੋਂ ਅਸੀਂ ਆਪਣੇ ਘਰਾਂ 'ਚ ਆਪਣੇ ਬੱਚੇ ਸਾਹਮਣੇ ਕਰਨੇ ਆ, ਉਹਨਾਂ ਨੂੰ ਉੱਥੋਂ ਗੁਰੂ ਦੇ ਪਿਆਰੇ ਕੁਛ ਪ੍ਰਾਪਤ ਹੋ ਜਾਂਦਾ। ਬੱਚੇ ਨੇ ਕੰਪਿਊਟਰ ਦੇ ਬੜੇ ਗੱਲ ਫੜ ਲੈਂਦੇ ਨੇ, ਇਸ ਵਾਸਤੇ ਕਰਿਆ ਨਾ ਕਰੋ। ਇਹ ਵਿਘਨ ਜੇ ਭਗਤੀ ਮਾਰ ਕੇ ਸਾਧ ਸੰਗਤ 'ਚ। ਨਾਮ ਮਹਾਤਮ ਨਾਸਤਕ ਪਾਸ, ਦੂਸਰ ਵਿਘਨ ਕਰਤ ਪ੍ਰਕਾਸ਼। ਜਿਹੜਾ ਨਾਮ ਤੋਂ ਗੁਰੂ ਤੋਂ ਬੇਮੁਖ ਹੈ, ਉਹਦੇ ਅੱਗੇ ਕਦੇ ਚਰਚਾ ਨਾ ਕਰਿਆ ਕਰੋ ਸਾਧ ਸੰਗਤ 'ਚ। ਸਾਡੇ ਮਨ ਵੀ ਖਰਾਬ ਹੋ ਜਾਣਗੇ, ਸਾਡਾ ਮਨ ਖਰਾਬ ਕਰ ਦੇਗੇ ਗੁਰੂ ਦੇ ਪਿਆਰਿਓ। ਭਾਵ ਵਿਘਨ ਹੈ ਭਗਤੀ ਮਾਰਗ 'ਚ ਸਾਧ ਸੰਗਤ ਜੀ। ਆਪਾਂ ਨੇ ਸਤਿਗੁਰਾਂ ਦੀਆਂ ਖੁਸ਼ੀਆਂ ਲੈਣੀਆਂ ਨੇ। ਕਈਆਂ ਨੇ ਅੱਜ ਚਲੇ ਜਾਣਾ ਦਰਸ਼ਨ ਮੇਲਾ ਕਰਕੇ, ਕਈਆਂ ਨੇ ਜਿੱਦਾਂ ਸਮਾਪਤ ਉਦਣ ਚਲੇ ਜਾਣਾ। ਮੈਂ ਅਰਜ਼ੇ ਕਰਨਾ ਪਿਆ ਵੀ ਇਸ ਜਪ ਪ੍ਰਯੋਗ ਨੂੰ, ਸਤਿਗੁਰਾਂ ਦੇ ਉਪਦੇਸ਼ ਨੂੰ ਆਪਾਂ ਆਪਣੇ ਹਿਰਦੇ 'ਚ ਵਸਾ ਕੇ ਜਾਣਾ ਸਾਧ ਸੰਗਤ 'ਚ। ਉਹਨੂੰ ਕੁਛ ਲੈ ਕੇ ਜਾਣਾ ਗੁਰੂ ਦੇ ਪਿਆਰਿਓ। ਕਹਿੰਦੇ ਨੇ ਸ਼ਾਸਤਰ ਮੇ ਸਰਦਾ ਹੋਏ ਨਾਹੀ, ਤੀਸਰ ਵਿਘਨ ਪਛਾਨੋ ਜਾਹੀ।
बेदां कतेबां नूं पढ़ी जाना, सुनी जाना, शरधा विश्वास होनी ना साध संगत च। भगती मार्ग च विघन है गुरु दे प्यारिओ। सुरती पाक में नहीं विश्वास, चतरथ विघन करत प्रकाश। सेवा करी जानी, नाम जपी जाने, कथा कीर्तन करी जाने, अपनी सुरती नूं पवित्रता करना साध संगत च। विघन है भगती मार्ग च गुरु दे प्यारिओ। अपनी सुरती नूं पाक करना है। इतिहास तुहाडे भरे पे ने साध संगत च। इन्हें 2 मिनट की एक सतगुरु आप दे चरणों च रख के गल, ये भगती मार्ग किन्ना कोई विघन पाउंदी है। साध सुरती पाक महर्षि भीष्म पितामह जी होए ने साध संगत च। इन्हां दे पिता जी ने जिन्हां दा शांता सी, इन्हां दे जिहड़ी राणी सी चढ़ाई कर गई। हुण इस राजे शांत नूं कोई साक रिश्ता नहीं करता। क्यों? मेरी लड़की दे औलाद ये राज नहीं प्राप्त होना, राज भीष्म पितामह ने ले लेना, ये जायदाद नहीं मिलनी, कौन रिश्ता करे? जदों भीष्म पितामह जी नूं पता लगा मेरा पिता लाचार है, मेरा पिता दुखी है, भीष्म पितामह ने प्रतिज्ञा कर लई, मैं इंद्रियजित होवांगा, राज नहीं लवांगा और अपने जसर पर जीवन बतीत करांगा। जदों इसने प्रतिज्ञा कर ली, प्रण कर लिया, एक राजे ने को तंजावली लैके, भाव पानी की पचूली लैके ये को प्रण ले लिया। उन्हें रिश्ता करता साध संगत च। रिश्ता किया, चित्र ते बचित्र 2 बेटे आए हुए साध संगत च। समा आया, इस जड़ा सी शांत ये चढ़ाई कर गया साध संगत च, चढ़ाई कर गया। भीष्म पितामह जी अपने मन च लगे विचार करना, ये साडी माता नौजवान उम्र है, इहदा किते मन ना खराब हो जाए, मन चंचल ना हो जाए, इनू गुरु के चरणों के नाल लाने का यतन करा, इनू सतसंग नाल लाने का यतन करा। यही साधन है संसार ते साध संगत च। भाव मर्ज करना पिया। भीष्म पितामह जी ने रात के समय ते अपनी माता नू गुर कथा, इतिहास कथा सुनानी शुरू करती साध संगत च। चलदा पै समा। किसी गुरु प्यारे नूं ये गल सुनी ते वेखी, वो जिहड़े चित्र ते बचित्र दे भाई सी ना 2, उन्होंने समझाया। आ कहना समझाना ही पवेगा। उन्होंने अकल दिती, उन्होंने चुक दिती। वो चित्र ते बचित्र, वो तुहाडी मां दे पास रोज भीष्म पितामह आउंदा है ते रात नूं आउंदा है, तुसीं मर गए हो। चित्र ते बचित्र अखां खुलियां साध संगत च। इतिहास बहुत विशाल है। इन्होंने रोस आ गया, गुस्सा आ गया, ये लैके ना तलवार जाके महल च लोगे, जाके साध संगत च महल जाके लोग गए। जदों भीष्म पितामह आवेगा, वह सिर कट देंगे, खत्म कर देंगे। समय के अनुसार भीष्म पितामह जी महलों च पहुँचे। उत्थे जाके आसन विछाया गया। माता जी आके अगे बैठे, भीष्म पितामह जी लगे कथा करन। कथा करते करते माता जी ने कुछ आलस आ गया। भीष्म पितामह जी कहते ने, माता जी कोई दिलदर आ गया, सौं लगे हो? माता कहते नहीं पुत्र, वो चित्र ते बचित्र सुनते ने पे। जदों ने आखिया ना माता जी दिलदर हो गया, कुछ नींद आ गई है, अगो माता जी कहते नहीं पुत्र, वो चित्र ते बचित्र कहते ने पे, कितने कमाल की गल है, सानू किसी सिखाने वाले ने की सिखा दिता है, सानू की समझा दिता है। ओ माता कहता पिया, वो पुत्र कहती है पई, कहता असीं ते मन दे पापी हाँ साध संगत च। ओहो ओहो, असीं ते मन दे पापी हाँ। रात बतीत की, सवेरे उठे, भीष्म पितामह महर्षि के पास चले गए। कहते महर्षि असीं मन दे पापी हाँ, खिमा करो, सानू बख्शिश कर दिओ। ते जे अगला निर्दोष होवे ते इस मनुख का मन पापी बन जाए, क्योंकि सजनों मनुख सारी उम्र सेवा करदा रहिंदा, मन पापी दा पापी रहिंदा है।
ਸਾਰੀ ਉਮਰ ਤਪ ਕਰਦਾ ਰਹਿੰਦਾ ਹੈ, ਮਨ ਪਾਪੀ ਦਾ ਪਾਪੀ ਰਹਿੰਦਾ ਹੈ। ਕਥਾ ਕੀਰਤਨ ਕਰਦਾ ਰਹਿੰਦਾ ਹੈ, ਮਨ ਪਾਪੀ ਦਾ ਪਾਪੀ ਰਹਿੰਦਾ ਹੈ। ਸਾਸੰਗ ਕਰਦਾ ਰਹਿੰਦਾ, ਮਨ ਪਾਪੀ ਦਾ ਪਾਪੀ ਰਹਿੰਦਾ। ਸਾਧ ਸੰਗਤ 'ਚ ਓਹ ਮਨ ਦੀ ਅਵਸਥਾ, ਸਾਧ ਸੰਗਤ 'ਚ ਮਨ ਪਾਪੀ ਦਾ ਪਾਪੀ ਆ। ਭੀਸ਼ਮ ਪਿਤਾਮਹ ਮਹਾਰਿਸ਼ੀ, ਇਸ ਪਾਪ ਦਾ ਪ੍ਰਾਸ਼ਚਿਤ ਕਿਸ ਤਰ੍ਹਾਂ ਕੀਤਾ ਜਾਵੇ? ਤੁਸੀਂ ਤੇ ਨਿਰਦੋਸ਼ ਹੋ, ਸਾਡਾ ਮਨ ਪਾਪੀ ਹੋ ਗਿਆ ਸੀ। ਭੀਸ਼ਮ ਪਿਤਾਮਹ ਕਹਿੰਦੇ ਨੇ, ਵੀਰ ਇਹਦਾ ਪ੍ਰਾਸ਼ਚਿਤ ਕਰਨ ਦੇ ਵਾਸਤੇ ਸੁੱਕਾ ਪਿੱਪਲ ਹੋਵੇ, ਉਹਨੂੰ ਅੱਗ ਲਾ ਕੇ ਵਿੱਚ ਸੜ ਦਿਓ, ਤੁਹਾਡਾ ਪਾਪ ਨਾਸ ਹੋ ਜਾਏਗਾ। ਸਾਧ ਸੰਗਤ 'ਚ ਇਸ ਤਰ੍ਹਾਂ ਕੀਤਾ, ਸੜ ਗਏ ਗੁਰੂ ਦੇ ਪਿਆਰਿਓ। ਸੱਚੇ ਪਾਤਸ਼ਾਹ ਨੇ ਪ੍ਰਾਰਥਨਾ ਕਰਦਾ, ਸਾਡੇ ਤੇ ਮਨ ਇਸ ਤਰ੍ਹਾਂ ਦੇ ਬਣੇ ਜੇ ਸੱਚੇ ਪਾਤਸ਼ਾਹ, ਤੁਸਾਂ ਕਿਰਪਾ ਕਰਨੀ ਹੈ ਸਾਧ, ਤੁਸਾਂ ਕਿਰਪਾ ਕਰਨੀ ਹੈ ਸਾਡੇ ਤੇ ਗੁਰੂ ਦੇ ਪਿਆਰ, ਸਾਡੇ ਮਨ ਇਸ ਤਰ੍ਹਾਂ ਦੇ। ਸਾਧ ਸੰਗਤ ਜੀ ਕਹਿੰਦੇ ਨੇ, ਸੁਰਤੀ ਪਾਕ ਮੈਂ ਨਹੀਂ ਵਿਸ਼ਵਾਸ। ਬੜਾ ਚੰਗਾ ਸਿਮਰਨ ਕਰਨੇ ਆ, ਨਾਮ ਜਪਨੇ ਆ, ਬਾਣੀ ਪੜ੍ਹਨੇ ਆ, ਪਰ ਆਪਣੀ ਸੁਰਤੀ ਨੂੰ ਪਵਿੱਤਰ ਕਰੀਏ। ਸਾਧ ਸੰਗਤ 'ਚ ਆਪਣੀ ਸੁਰਤੀ ਨੂੰ ਪਵਿੱਤਰ ਕਰੀਏ। ਗੁਰੂ ਵਾਕ ਤੋਂ ਸ਼ਰਦਾਹੀਨ, ਪੰਜਵਾਂ ਵਿਗਨ ਯਹੀ ਤੁਮ ਚੀਨ। ਪੰਜਵਾਂ ਵਿਗਨ, ਨਮਸਕਾਰਾਂ ਕਰੀ ਜਾਣੀਆਂ, ਮੱਥੇ ਟੇਕੀ ਜਾਣੇ, ਤੇ ਗੁਰੂ ਦੇ ਬਚਨਾਂ ਤੇ ਕੋਈ ਵਿਸ਼ਵਾਸ ਨਾ ਹੋਣਾ। ਸਾਧ ਸੰਗਤ 'ਚ ਹੁਕਮ ਤੇ ਕੋਈ ਵਿਸ਼ਵਾਸ ਨਾ। ਗੁਰੂ ਦੇ ਪਿਆਰ ਆਪਾਂ ਸਭ ਨਿਗਾਹ ਮਾਰੀਏ, ਆਪ ਆਪਣੇ ਅੰਦਰਾਂ 'ਚ ਗੁਰੂ ਦੇ ਪਿਆਰੇ ਹੋ। ਗਰੀਬ ਨਵਾਜ ਟਾਈਮ 7 ਵਜੇ, 7 ਵਜੇ, 7 ਵਜੇ ਭਾਵ ਆਪਣੇ ਨਿਗਾਹ ਮਾਰੀਏ ਆਪਾਂ ਸਾਧ ਸੰਗਤ 'ਚ, ਮਨ ਦੀ ਕੀ ਅਵਸਥਾ ਗੁਰੂ ਦੇ ਪਿਆਰੇ ਹੋ। ਇਹ ਪੰਜਵਾਂ ਵਿਗਣ ਜੇ ਸਾਧ ਸੰਗਤ 'ਚ, ਸਤਿਗੁਰਾਂ ਦੇ ਬਚਨਾਂ ਤੇ ਕਿੰਤੂ ਪਰੰਤੂ ਕਰਨਾ। ਫਿਰ ਸਾਧ ਸੰਗਤ 'ਚ ਜਿੰਨਾ ਮਰਜ਼ੀ ਭਗਤੀ ਕਰੀ ਜਾਈਏ, ਜਿੰਨੀ ਮਰਜ਼ੀ ਸੇਵਾ ਕਰੀ ਜਾਈਏ, ਉਹ ਸਮਾਂ, ਉਹ ਸਵਾਸ, ਉਹ ਟਾਈਮ, ਉਹ ਵਿਅਰਥ ਨਹੀਂ ਜਾਣਾ। ਪਰ ਖਿਮਾ ਰੱਖਣਾ, ਜੀਵਨ 'ਚ ਕਦੇ ਪਰਿਵਰਤਨ ਨਹੀਂ ਆਵੇਗਾ। ਸਾਧ ਸੰਗਤ 'ਚ ਜਿੰਨਾ ਚਿਰ ਮਰਜ਼ੀ ਲੱਗੇ ਰਹੋ ਗੁਰੂ ਦੇ ਪਿਆਰੇ। ਵਿਸ਼ਨੂੰ ਸ਼ਿਵ ਮੈਂ ਭੇਦ ਨਿਹਾਰ, ਖਸ਼ਟਮ ਵਿਗਨ ਯਹੀ ਤੁਮ ਧਾਰ। ਕਰਨੀ ਜਪਣਾ ਨਾਮ, ਕਰਨੀ ਭਗਤੀ, ਆਖਣਾ ਵਿਸ਼ਨੂੰ ਹੋਰ ਹੈ, ਸ਼ਿਵ ਜੀ ਹੋਰ ਹੈ, ਹਿੰਦੂ ਹੋਰ ਨੇ, ਸਿੱਖ ਹੋਰ ਨੇ, ਐਵੇਂ ਕਰੀ ਜਾਣਾ, ਐਵੇਂ ਚਿੱਕੜ ਸੁੱਟੀ ਜਾਣਾ, ਐਵੇਂ ਮੈਲ ਖਾਈ ਜਾਣੀ। ਸਾਧ ਸੰਗਤ 'ਚ ਮੈਲ ਚੁੱਕੀ ਜਾਣੀ। ਭਗਤੀ ਮਾਰਚ ਵਿਗਣੇ ਸਾਧ ਸੰਗਤ 'ਚ। ਨਾਮ ਵਿਖੈ ਪ੍ਰਮ ਰੋਚਕ ਜੋਈ, ਸਤਵਾਂ ਵਿਗਨ ਯਹੀ ਤੁਮ ਹੋਈ। ਗੁਰਮੰਤਰ ਕਿਤੋਂ ਲਿਆ? ਜੁੜਿਆ ਕਿਸੇ ਨਾਲ, ਸਿਫਤ ਕਿਸੇ ਦੀ ਪਿਆ ਕਰਦਾ। ਸਾਧ ਸੰਗਤ 'ਚ ਬੜੇ ਜੇ ਜੁੜੇ ਕਿਤੇ ਆ। ਗੁਰਮੰਤਰ ਕਿਸੇ ਦੇ ਕੋਲੋਂ ਲਿਆ ਹੈ? ਉਹ ਫਲਾਣੇ ਦਾ ਗੁਰਮੰਤਰ ਬੜਾ ਚੰਗਾ ਹੈ, ਉਹ ਫਲਾਣੇ ਬੜੇ ਚੰਗੇ ਨੇ, ਫਲਾਣੇ ਬੜੇ ਚੰਗੇ ਨੇ। ਉਹ ਸੱਜਣੋ, ਉਸ ਪਰਮੇਸ਼ਰ ਨੇ, ਕਲਯੁਗ ਨੇ ਸਾਡੇ ਤੇ ਵਾਰ ਕਰ ਦਿੱਤਾ। ਸਾਨੂੰ ਦੂਜਿਆਂ ਕੋਲੋਂ ਬਦਬੂ ਆਉਂਦੀ ਹੈ, ਆਪਣੇ ਕੋਲੋਂ ਬਦਬੂ ਨਹੀਂ ਆਉਂਦੀ, ਉਹਦੇ ਅਗਲੇ ਕੋਲੋਂ ਆਉਂਦੀ ਹੈ। ਸਾਧ ਸੰਗਤ 'ਚ ਭਾਵ ਇਹ ਨਹੀਂ ਕੰਮ ਕਰਨਾ, ਆਪਣੀ ਸਿਫਤ ਕਰਨੀ ਹੈ, ਆਪਣੇ ਸਤਿਗੁਰ ਦੀ ਕਰਨੀ, ਆਪਣੇ ਨਾਮ ਦੀ ਕਰਨੀ। ਸਾਡਾ ਨਾਮ ਬੜਾ ਵੱਡਾ। ਸਾਧ ਸੰਗਤ 'ਚ ਨਾਮ ਓਟ ਅਸ਼ੁਭ ਤਿਆਗਾ, ਅਠਵਾਂ ਵਿਗਨ ਯਹੀ ਵਡ ਭਾਗਾ। ਅਠਵਾਂ ਵਿਗਨ ਸਾਧ ਸੰਗਤ 'ਚ ਸਿਮਰਨ ਕਰੀ ਜਾਣਾ, ਨਾਮ ਜਪੀ ਜਾਣੇ, ਸੇਵਾ ਕਰੀ ਜਾਣੀ। ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਵੇਨ ਗੁਣ ਕੀਤੇ ਭਗਤ ਨਾ ਹੋ, ਤੇ ਗੁਣ ਨਹੀਂ ਗ੍ਰਹਿਣ ਕਰਨਾ। ਸਾਧ ਸੰਗਤ 'ਚ ਔਗਣ ਫੜੀ ਜਾਣੇ ਗੁਰੂ ਦੇ ਪਿਆਰਿਓ। ਔਗਣ ਕਿਸ ਤਰ੍ਹਾਂ? ਸਾਧ ਸੰਗਤ 'ਚ ਇਤਿਹਾਸ ਬੋਲਦਾ ਪਿਆ, ਸ੍ਰੀ ਭਗਵਾਨ ਕ੍ਰਿਸ਼ਨ ਜੀ ਦਾ ਦਰਬਾਰ ਸਜਿਆ। ਸਾਧ ਸੰਗਤ 'ਚ ਫਿਰਦੇ ਫਿਰਦੇ ਫਿਰਦੇ, ਚੱਲਦੇ ਚੱਲਦੇ ਭਗਤ ਉਦੋਂ ਜੀ ਆ ਗਏ। ਸਾਧ ਸੰਗਤ 'ਚ ਮਨ ਬੜਾ ਭਰਿਆ ਸੀ। ਭਗਵਾਨ, ਅਸੀਂ ਕਲਯੁਗ ਦੇ ਜੀਵ ਹਾਂ, ਦੁੱਖਾਂ ਕਲੇਸ਼ਾਂ 'ਚ ਘੇਰੇ ਪਏ ਹਾਂ, ਤੇ ਤੁਸੀਂ ਇਹਨਾਂ ਸਾਰਿਆਂ ਨੂੰ ਸੱਚਖੰਡ ਕਿਉਂ ਨਹੀਂ ਲੈ ਜਾਂਦੇ? ਸਾਰਿਆਂ ਨੂੰ ਵਿਕੁੰਠ 'ਚ ਕਿਉਂ ਨਹੀਂ ਲੈ ਜਾਂਦੇ? ਸ੍ਰੀ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ, ਉਦੋਂ ਭਗਤ ਜੀ ਮੈਂ ਬੜਾ ਯਤਨ ਕਰਨਾ ਪਿਆ, ਬੜਾ ਕੋਸ਼ਿਸ਼ ਕਰਨਾ ਪਿਆ, ਇਹ ਜਾਂਦੇ ਨਹੀਂ। ਭਗਤ ਉਦੋਂ ਜੀ ਕਹਿੰਦੇ ਨੇ, ਭਗਵਾਨ ਬੈਕੁੰਠ ਦਾ ਕੌਣ ਤਿਆਗ ਕਰਦਾ? ਸਵਰਗ ਦਾ ਕੌਣ ਤਿਆਗ ਕਰਦਾ? ਸੁੱਖ ਦਾ ਕੌਣ ਤਿਆਗ ਕਰਦਾ? ਜੇ ਤੁਸੀਂ ਖੜੋ ਤਾਂ ਜਾਣ ਨਾ,
ਭਗਵਾਨ ਕ੍ਰਿਸ਼ਨ ਕਹਿੰਦੇ ਨੇ ਮੈਂ ਬੜਾ ਖੜਨਾ, ਮੈਂ ਬੜਾ ਕਹਿਣਾ, ਇਹ ਨਹੀਂ ਜਾਂਦੇ। ਜਿਵੇਂ ਸਤਿਗੁਰੂ ਜੀ ਕਿਰਪਾ ਕਰਦੇ ਨੇ, ਪੇ ਸਾਧ ਸੰਗਤ ਜੀ ਡਾਕਟਰ ਨੂੰ ਬੁਲਾ, ਉਹ ਕਰ, ਓਏ ਹੋਏ ਓਏ ਹੋਏ ਓਏ, ਇਹਨਾਂ ਦੇ ਪੈਸੇ ਨਾ ਲੱਗਣ ਘਰਾਂ ਜਾ ਕੇ ਸਾਧ ਸੰਗਤ 'ਚ। ਬੱਲੇ ਬੱਲੇ ਬੱਲੇ, ਧਿਆਨ ਦਿਓ ਗੱਲਾਂ ਦਾ। ਉਦੋਂ ਮੈਂ ਬੜਾ ਯਤਨ ਕਰਨਾ ਪਿਆ। ਅਜੇ ਗੱਲ ਚੱਲਦੀ ਆ ਪਈ, ਇੱਕ ਸੂਰਨੀ, ਉਹਦੇ ਨਾਲ 5-7 ਬੱਚੇ, ਉਹ ਕੁਦਰਤੀ ਨਾ ਦਰਬਾਰ ਦੇ ਅੱਗੇ ਆ ਗਏ। ਸ੍ਰੀ ਭਗਵਾਨ ਕ੍ਰਿਸ਼ਨ ਜੀ ਕਹਿੰਦੇ ਨੇ ਉਦੋਂ, ਭਗਤ ਜੀ ਜਾ ਕੇ ਨਾ ਆ ਸੂਰਨੀਆਂ ਇਹਨੂੰ ਜਾ ਕੇ ਆਖ ਭਈ ਤੇਰੇ ਵਾਸਤੇ ਬਿਬਾਨ ਆ ਗਏ ਨੇ, ਤੇ ਚੱਲ ਕੇ ਸਵਰਗਾਂ ਜਾ ਕੇ ਆਨੰਦ ਮਾਣ, ਜਾ ਕੇ ਸਾਧ ਸੰਗਤ 'ਚ ਆਨੰਦ ਮਾਣ ਜਾ ਕੇ। ਬੜਾ ਉਦੋਂ ਭਗਤ ਜੀ ਬੜਾ ਖੁਸ਼ ਹੋਏ। ਆਤਮਾ ਨਰਮ ਸੀ ਨਾ ਸਾਧ ਸੰਗਤ 'ਚ, ਨਰਮ ਸੀ ਆਤਮਾ। ਉਹ ਛੇਤੀ ਦੇ ਨਾਲ ਨਾ ਸੂਰੀ ਦੇ ਪਾਸ ਚਲਾ ਗਿਆ। ਕਹਿੰਦੇ ਸੂਰੀ, ਭਗਵਾਨ ਜੀ ਦਾ ਹੁਕਮ ਆ ਗਿਆ, ਗੁਰੂ ਦਾ ਹੁਕਮ ਆ ਗਿਆ, ਬਿਬਾਨ ਆ ਗਏ ਨੇ, ਤੇ ਤੂੰ ਆ ਤੇਰੇ ਬੱਚੇ ਚੱਲ ਕੇ ਸਵਰਗ ਦਾ ਆਨੰਦ ਮਾਣੋ ਜਾ ਕੇ ਸਾਧ ਸੰਗਤ 'ਚ। ਜਦੋਂ ਇੰਨੀ ਗੱਲ ਆਖੀ, ਸੂਰੀ ਕਹਿੰਦੀ ਅੱਛਾ ਬੜਾ ਚੰਗਾ। ਅਖੀ ਇਸ ਤਰ੍ਹਾਂ ਗੱਲ ਏ ਭਈ ਮੈਂ ਨਾ ਆਪਣੇ ਸਵਾਮੀ ਨੂੰ ਪੁੱਛ ਲਾਂ, ਆਪਣੇ ਸਵਾਮੀ ਨੂੰ ਪੁੱਛ ਲਾਂ। ਇਹ ਕੌਣ ਹੈ? ਸੂਰ ਹੈ ਮੇਰਾ ਮਾਲਕ। 7 ਵਜੇ ਪੁੱਛ ਲੈ। ਉਹਨੇ ਜਾ ਕੇ ਸੂਰ ਨੂੰ ਪੁੱਛਿਆ, ਐ ਸਵਾਮੀ ਜੀ ਆ ਭਗਤ ਜੀ ਆਏ ਨੇ, ਗੁਰਮੁਖ ਆਏ ਨੇ, ਕਹਿੰਦੇ ਨੇ ਬਿਬਾਨ ਆ ਗਏ ਨੇ, ਤੇ ਤੁਸੀਂ ਚੱਲ ਕੇ ਸਵਰਗ ਦਾ ਆਨੰਦ ਮਾਣੋ ਜਾ ਕੇ, ਆਨੰਦ ਮਾਣੋ ਜਾ ਕੇ, ਬੇਕੁੰਠ ਆਨੰਦ ਮਾਣੋ ਜਾ ਕੇ। ਕੀ ਹੁਕਮ ਹੈ? ਉਹ ਸੋਚ ਕੇ ਨਾ ਕਹਿੰਦਾ ਉੱਥੇ ਉਹ ਨਹੀਂ ਮਿਲਣਾ। ਸਵਾਮੀ ਜੀ ਉਹ ਕੀ ਚੀਜ਼ ਹੈ? ਇਹ ਸੋਚ, ਉੱਥੇ ਉਹ ਨਹੀਂ ਚੀਜ਼ ਮਿਲਣੀ। ਅੱਛਾ ਉਹ ਕਿਹੜੀ ਚੀਜ਼ ਹੈ ਸਵਾਮੀ ਜੀ? फिर बार बार कहानी है, मेरे को तो विष्टा नहीं मिलना, गंदगी नहीं मिलनी। कहते असा नहीं जाना, फिर असा नहीं जाना, असा नहीं जाना। कहती है भगत जी असा जाना नहीं गा। अखे क्यों? उत्थे सुगंधियां छकन वास्ते, ठंडियां हवावां सुख लैन वास्ते, ते तुसां क्यों नहीं जाना? है उत्थे वो नहीं मिलना। ਇਹ ਕੀ ਹੈ? ਵਿਸ਼ਟਾ, ਗੰਦਗੀ। ਸਤਿਗੁਰਾਂ ਦੇ ਚਰਨਾਂ 'ਚ ਦਾਸ ਪ੍ਰਾਰਥਨਾ ਕਰਦਾ, ਸੱਚੇ ਪਾਤਸ਼ਾਹ ਅਸੀਂ ਵਿਕਾਰ ਛੱਡ ਨਹੀਂ ਸਕਦੇ ਸਾਧ ਸੰਗਤ 'ਚ। ਇਹ ਤੁਸੀਂ ਕਿਰਪਾ ਕਰਨੀ ਹੈ, ਅਸੀਂ ਵਿਕਾਰ ਨਹੀਂ ਛੱਡ ਸਕਦੇ। ਇਹ ਨਹੀਂ ਸੇਵਾ, ਇਹ ਨਹੀਂ ਬੰਦਗੀ, ਇਹ ਨਾ ਕਥਾ ਕੀਰਤਨ ਚੱਲਦਾ ਪਿਆ ਹੁੰਦਾ ਪਿਆ, ਪਰ ਵਿਕਾਰਾਂ ਨੂੰ ਛੱਡਦੇ ਨਹੀਂ ਪਏ ਸਾਧ ਸੰਗਤ 'ਚ, ਕਿ ਨਹੀਂ ਛੱਡਦੇ ਨਹੀਂ ਪਏ ਗੁਰੂ ਦੇ ਪਿਆਰਿਓ। 8ਵਾਂ ਵਿਘਨ ਕਹਿੰਦਾ ਪਿਆ ਇਹ ਭਗਤੀ ਮਾਰਗ ਦੇ ਵਿੱਚ ਸ਼ੁਭ ਗੁਣ ਨਾ ਗ੍ਰਹਿਣ ਕਰਨੇ ਤੇ ਕਰੀ ਜਾਣਾ, ਕਰੀ ਜਾਣਾ। ਇਹ ਕਿੱਧਰ ਦੀ ਗੱਲ ਹੈ ਸਾਧ ਸੰਗਤ ਜੀ? ਵਿਣ ਗੁਣ ਕੀਤੇ ਭਗਤ ਨਾ ਹੋਏ। ਆਪਾਂ ਨੇ ਇਸ ਭਗਤੀ ਨੂੰ, ਇਸ ਸ਼ੁਭ ਗੁਣ ਨੂੰ ਆਰੰਭ ਕਰਨਾ। ਨਾਵਾਂ ਵਿਗਣ, ਨਾਵਾਂ ਵਿਗਣ ਇਹ ਨਾਮ ਓਟ ਅਸ਼ੁਭ ਆਚਰਨਾ, ਨਾਵਾ ਵਿਗਨ ਯਹੀ ਤੁਮ ਧਰਨਾ। ਸ਼ਾਸਤਰ ਦਾ ਮਤ ਕਹਿੰਦਾ ਪਿਆ ਸਿਮਰਨ ਕਰੀ ਜਾਣਾ, ਬੰਦਗੀ ਕਰੀ ਜਾਣੀ, ਨਾਮ ਜਪੀ ਜਾਣਾ, ਆਪਣੇ ਕਰੈਕਟਰ ਨੂੰ, ਆਪਣੇ ਆਚਰਨ ਨੂੰ ਉੱਚਾ ਕਰਨਾ ਸਾਧ ਸੰਗਤ 'ਚ। ਵਿਗਨ ਹੈ ਭਗਤੀ ਮਾਰਗ ਦੇ ਵਿੱਚ। ਇੱਕ ਨਾ ਅੰਗਰੇਜ਼ੀ ਦੇ ਲਿਖਾਰੀ ਨੇ ਲਿਖਿਆ ਹੈ, ਇਫ ਵੈਲਥ ਇਜ਼ ਲੋਸਟ ਨਥਿੰਗ ਇਜ਼ ਲੋਸਟ, ਇਫ ਹੈਲਥ ਇਜ਼ ਲੋਸਟ ਸਮਥਿੰਗ ਇਜ਼ ਲੋਸਟ, ਇਫ ਕਰੈਕਟਰ ਇਜ਼ ਲੋਸਟ ਐਵਰੀਥਿੰਗ ਇਜ਼ ਲੋਸਟ। ਸਾਧ ਸੰਗਤ 'ਚ ਧਨ ਗਿਆ ਕੁਛ ਨਹੀਂ ਗਿਆ, ਸਰੀਰ ਗਿਆ ਕੁਛ ਗਿਆ, ਆਚਰਨ ਗਿਆ, ਕਰੈਕਟਰ ਗਿਆ, ਕੱਖ ਵੀ ਨਾ ਰਿਹਾ ਸਾਧ ਸੰਗਤ 'ਚ, ਕੱਖ ਵੀ ਨਾ ਰਿਹਾ ਗੁਰੂ ਦੇ ਪਿਆਰੇ, ਕੱਖ ਵੀ ਨਾ ਰਿਹਾ ਸਾਧ ਸੰਗਤ 'ਚ। ਮਹਾਤਮਾ ਕਹਿੰਦੇ ਨੇ ਇਹ ਨਾਵਾਂ ਵਿਗਣ ਜੇ। और जो धर्म नेम समझान, 10वां विघन यही पहचान। अपने धर्म च परपक्क नहीं, अपनी मर्यादा च पूरा नहीं, ते दूजे धर्मां दी निंदा करी जांदा पिया साध संगत च, माड़ा चंगा आखी जाता पिया। इस वास्ते शास्त्र का मत कहता है अपने आप अपनी धर्म च पक्के होइए, अपनी मर्यादा च पक्के होइए, धर्म च पक्के हो के ते किसी ने बुरा नहीं आखना साध संगत च, किसी ने पता नहीं आखना।
या बिद विघन लखो दसवीर, सगल त्यागै जो बुध तीर, सकल विघन बिद नाम त्याए, याथार्थ सोई फल पाए। राम राम सबको कहे ते दशरथ कहे न कोई, एक बार दशरथ कहे ते कोटि यज्ञ फल होए। साध संगत एक बारी राम राम का ना कोटि करोड़ां यज्ञां का फल प्राप्त होएगा गुरु दे प्यारे। पर कदों जदों इन्हां दसां तो हो के आपां रहत करांगे। साध संगत दास प्रार्थना करदा पिया, सजनों इतिहास मिश्री दे पहाड़ ने। साध संगत जेड़े पासों खान लग पईए, जेड़े पासों चक मारन लग पईए, मिठा ही मिठा है। इस वास्ते दास प्रार्थना करदा, सच्चे पातशाह कृपा करो। सतगुरु राम सिंह सच्चे पातशाह 1893 दे विच 9 नियार रेजिमेंट च भर्ती होए। साध संगत 1898 दे विच फौज दे त्याग करके श्री पैनी सब धरती ते आ गए। साध संगत जदों श्री सतगुरु राम सिंह सच्चे पातशाह फौज दे विच सन ते सिमरन कर लिया, गुरु बाल सिंह नाम की प्राप्ति कर लई। फिर इन्हां दी फौज का नाम भगतां दी पलटन पै गया। साध संगत अपनी तनख्वाह नूं लोड़वंद गरीबां दी सहायता कर देनी, भाव समा बतीत होंदा गया। कदे कदे समा आया अपनी मौज अपनी मस्ती च आउणा। साध संगत जी उस मस्ती च आके फौज च आके मौज च आके इन्हां ने फिर पवित्रवाक वचन बोलने। साध संगत पवित्रवाक खालसा जी हिंदुस्तान च मलेश आउणगे, तुसीं सब उन्हां नाल रलोगे, अथवा गऊ गरीब दुखाए जाणगे। जेड़ी गुरु नानक दी सिखिया दशमेश पातशाह नेस तो नाबूद हो जाएगी। ये जाके राज दरबार है, ये अधीन गुलाम हो जाएगा, असी सब गुलाम हो जावांगे। जदों सतगुरु राम सिंह सच्चे पातशाह ने बचन करना सुनना, एक बारी दो बारी चार बारी जदों सुनिया, ये गल महाराज नवनिहाल सिंह दे पास अपड़ गई। साध संगत आख्या बुलाओ जवान नूं। सतगुरु राम सिंह बुलाया गया, कहते हो नाले तनख्वाहां लैंदे हो, नाले पेट की पालना करते हो, नाले राज दरबार की तोहीन करते हो। कहते की महाराज आ मैं गल सुनी है। सतगुरु राम सिंह सच्चे पातशाह कहते ने खालसा अखालसा बेहालसा सा होए गयो, नाम इशनान दान छड़ रहो रीतियां, छोड़ गुरमत ते विकारा संग फाथे जाए, कंजरा करारा ना लाइया चा प्रीतियां। ऐ खालसा महाराज जी आ हाल हो गया साडा हुण। सतगुर ते जो मुँह फिरै ते बेमुख बुरे दसन, धरत आसमान ना चलने च विष्टा पए पचान। साडा आ हाल हो गया। सतगुर ते जो मुँह फिरे ते ना ठौर ना ठाओ, जूं छुट्टड़ कर कर फिरा दुख चारन बदनाओ। महाराज जी असां गुरु नानक दी सिੱਖੀ, असां दशमेश पातशाह सिੱਖੀ दे नाल जिस सिੱਖੀ दे नाल राज कायम होया सी, असां उहदी मर्यादा ही छड़ दित्ती है, उहदा कर्म धर्म ही छड़ दिता है। ये राज किस तरह रहेगा? हुक्मे अंदर सब को बाहर हुक्म ना कोई, जो अकाल पुरख नूं कहंदा मैं ते ओ बोलना पिया, ओ बोलना पिया। महाराज तुहाडे राज दे विच किसे जुल्म नूं डंड देंदे हो, किसे जालम नूं डंड देंदे हो, आपो अपनी तापो पई चलदी है। भी साध संगत राज किन्ना चिर रह जाएगा, किन्ना चिर रखोगे इनू? ये सतगुरु राम सिंह सच्चे पातशाह की गद नूं लैण दी बजाय कीता कि इन्हें कहंदे इस जवान नूं जेल च दे दिओ। साध संगत आ कीता गुरु दे प्यारे। एवें हिंदुस्तान गुलाम नहीं सी होया। साध संगत एवें गुलाम नहीं सी बनया गुरु दे प्यारे। दास प्रार्थना करदा पिया, सच्चे पातशाह जी समा बड़ा भयानक आ गया, बड़ा भयानक है, घोर भयानक है। साध संगत इस घोर भयानक समय दे विच हंस हेत लोभ कोप चारे नदियां अग ते पवै दज्जह नानका तरिया करमी लग। अज जिवें तुहाडे कोल नदियां दरिया पानी दे चलदे ने पे, हजूर पातशाह कहंदे ने काम दी नदी अग दी चलदी है पई, मोह दी अग दी नदी चलदी है पई, क्रोध दी अग दी नदी चलदी है पई, लोभ दी अग दी नदी चलदी है पई। असी सड़ने पे। साध संगत सड़ने पे, सच्चे पातशाह सड़ने पे। उन्हां तो बचन दे वास्ते आप दी शरण लईए। सच्चे पातशाह कृपा करो, जो शरण आवे तिस कंठ लावे, ये बिरध स्वामी संता तुहाडा असां ते औगण गुनाह करने ही करने ने, यदी बख्शमदी तुसां करनी है, कृपा करनी है। दास प्रार्थना करदा पिया
ਆਪਾਂ ਸਾਰਿਆਂ ਨੇ ਇਸ ਪ੍ਰਯੋਗ ਦੀ ਸਮਾਪਤੀ ਦੇ ਬਾਅਦ ਇਹ ਸਤਿਗੁਰਾਂ ਚਰਨ 'ਚ ਅਰਜ਼ ਕਰਕੇ ਜਿਵੇਂ ਸੱਚੇ ਪਾਤਸ਼ਾਹ ਜਿੱਥੇ ਤੁਸੀਂ ਸਾਨੂੰ ਧਰਮ ਅਰਥ ਕਾਮ ਤੇ ਮੋਖ ਬਖਸ਼ਿਸ਼ ਕਰਦੇ ਹੋ, ਉੱਥੇ ਇਹ ਬਖਸ਼ਿਸ਼ ਕਰੋ ਸਾਡੀ ਬੁੱਧ ਨਾ ਭ੍ਰਿਸ਼ਟੀ ਜਾਵੇ ਸਾਧ ਸੰਗਤ 'ਚ। ਇਹ ਮੰਗਣਾ ਆਪਾਂ ਗੁਰੂ ਦੇ ਪਿਆਰ, ਸਾਡੀ ਬੁੱਧ ਨਾ ਭ੍ਰਿਸ਼ਟੀ ਜਾਵੇ ਸਾਧ ਸੰਗਤ 'ਚ। ਜਦੋਂ ਬੁੱਧ ਭ੍ਰਿਸ਼ਟ ਕਰਦੇ ਇਨਸਾਨ ਦੇ ਪੱਲੇ ਫਿਰ ਕੱਖ ਨਹੀਂ ਰਹਿੰਦਾ ਸਾਧ ਸੰਗਤ, ਕੁਛ ਨਹੀਂ ਰਹਿੰਦਾ ਗੁਰੂ ਦੇ ਪਿਆਰਿਓ। ਦਾਸ ਇਹਨਾਂ ਸ਼ਬਦਾਂ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕਰਦਾ, ਸੱਚੇ ਪਾਤਸ਼ਾਹ ਨੇ ਬੜੀ ਕਿਰਪਾ ਕੀਤੀ ਹੈ। ਇਸ ਪ੍ਰਯੋਗ ਦੀ ਸਮਾਪਤੀ ਹੋਈ ਹੈ, ਮੇਲੇ ਦੀ ਆਰੰਭਤਾ ਹੋਣ ਲੱਗੀ ਹੈ। ਸਤਿਗੁਰਾਂ ਦੀਆਂ ਖੁਸ਼ੀਆਂ ਦੇ ਪਾਤਰ ਬਣੀਏ, ਸਾਧ ਸੰਗਤ ਦੀ ਖੁਸ਼ੀਆਂ ਦੇ ਪਾਤਰ ਬਣ ਕੇ ਆਪਣੇ ਲੋਕ ਤੇ ਆਪਣੇ ਪਰਲੋਕ ਨੂੰ ਆਪਾਂ ਸਫਲ ਕਰੀਏ, ਜਿਹਦੇ ਨਾਲ ਗੁਰ ਬਲਿਹਾਰੀ ਤਿੰਨਾ ਗੁਰਸਿੱਖਾਂ ਆਪ ਤਰੇ ਤਾਰੇਨ ਸਰੀਠਾ। ਸਾਧ ਸੰਗਤ ਜੀ ਆਪ ਤਰ ਗਏ, ਸਾਰੀ ਸ੍ਰਿਸ਼ਟੀ ਨੂੰ ਆਪਾਂ ਤਾਰੀਏ। ਸਤਿਗੁਰਾਂ ਦਾ ਓਟ ਆਸਾ ਲੈ ਕੇ ਇਹਦੇ ਨਾਲ ਸਤਿਗੁਰਾਂ ਦਾ ਦਾਸ ਆਪ ਸਾਧ ਸੰਗਤ ਧੰਨਵਾਦੀ ਹੈ, ਜਿਨ੍ਹਾਂ ਨੇ ਆਪ ਦੇ ਦਰਸ਼ਨ ਦੇ ਸਾਧ ਸੰਗਤ ਦੇ ਦਰਸ਼ਨ ਦੇ ਸੁਭਾਗ ਸਮਾਂ ਬਖਸ਼ਿਆ। ਇਤਿਹਾਸ ਕਰਦਿਆਂ ਗੁਰੂ ਦਾ ਜਸ ਕਰਦਿਆਂ ਕਈਆਂ ਤਰੁੱਟੀਆਂ ਰਹਿ ਜਾਂਦੀਆਂ ਨੇ, ਖਿਮਾ ਕਰਨੀਆਂ, ਆਪਣੇ ਚਰਨਾਂ ਦਾ ਆਸਰਾ ਤੇ ਪ੍ਰੇਮ ਤੇ ਪਿਆਰ ਦੇਣਾ। ਅੱਗੋਂ ਜਿਵੇਂ ਗੁਰੂ ਨੂੰ ਭਾਵੇਗਾ ਸੋ ਹੋਵੇਗਾ। ਸਭ ਮਾਈ ਭਾਈ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੂੰ ਆਪਣੇ ਹਿਰਦੇ 'ਚ ਵਸਾਉਂਦੇ ਹੋਏ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਪ੍ਰਯੋਗ ਦੀ ਆਰੰਭਤਾ ਹੋਈ, ਜਿਨ੍ਹਾਂ ਦੀ ਕਿਰਪਾ ਦੇ ਨਾਲ ਇਹ ਪ੍ਰਯੋਗ ਗਲੀ ਗਲੀ ਮਹੱਲੇ ਮਹੱਲੇ ਪਿੰਡ ਪਿੰਡ ਸ਼ਹਿਰ ਸ਼ਹਿਰ ਦੇਸਾਂ ਵਿਦੇਸਾਂ 'ਚ ਤੁਰ ਗਿਆ, ਉਹਨਾਂ ਨੂੰ ਯਾਦ ਕਰੀਏ। ਸਭ ਪ੍ਰੇਮ ਸਤਿਕਾਰ ਨਾਲ ਗੱਜ ਆਖੀਏ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ।